हेलो फ्रेंड्स, गेटवे टू इंग्लिश चैनल ਤੇ ਮੈਂ ਰਜਿੰਦਰ ਕੁਮਾਰ ਤੁਹਾਡਾ ਇੱਕ ਵਾਰ ਫੇਰ ਜੋ ਹੈ ਸਵਾਗਤ ਕਰਦਾ ਹਾਂ। ਉਮੀਦ ਕਰਦਾ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਟ੍ਰਾਂਸਲੇਸ਼ਨ ਦੀ ਸੀਰੀਜ਼ ਦੇ ਵਿੱਚ ਹੀ ਅੱਜ ਆਪਾਂ ਕੰਮ ਕਰਾਂਗੇ। ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ ਆਪਣਾ ਰਹਿੰਦਾ ਸੀ, ਇਸ ਦੀ ਟ੍ਰਾਂਸਲੇਸ਼ਨ ਇਹ ਲਾਸਟ ਆਪਣਾ ਟੈਂਸ ਹੈ। ਟ੍ਰਾਂਸਲੇਸ਼ਨ ਆਪਾਂ ਸਿੱਖ ਰਹੇ ਹਾਂ ਟੈਂਸਿਸ ਦੀ। ਸੋ ਇਸ ਤੋਂ ਬਾਅਦ ਕੁਝ ਹੋਰ ਟਿਪੀਕਲ ਸੈਂਟੈਂਸਿਸ ਨੇ, ਉਹ ਵੀਡੀਓਜ਼ ਆਪਣੀਆਂ ਚੱਲਦੀਆਂ ਰਹਿਣਗੀਆਂ, ਬਟ ਟੈਂਸ ਬੇਸਡ ਇਹ ਜੋ ਹੈ ट्रांसलेशन अपनी लास्ट है। ठीक है, फ्यूचर परफेक्ट कंटिन्यूअस टेंस। सब तो पहला तो ਆਪਾਂ ਨੂੰ ਪਛਾਣ ਹੋਣੀ ਚਾਹੀਦੀ ਹੈ ਕਿ ਜਦੋਂ ਆਪਣੇ ਸਾਹਮਣੇ ਕੋਈ ਵਾਕ ਲਿਖਿਆ ਹੋਇਆ ਆ ਗਿਆ ਤੇ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਕਿ ਇਹ ਜੋ ਵਾਕ ਹੈ, ਸੈਂਟੈਂਸ ਹੈ, ਕਿਹੜੇ ਟੈਂਸ ਦਾ ਹੈ। ਸੋ ਪਹਿਲਾਂ ਟੈਂਸ ਨੂੰ ਪਛਾਣਨਾ ਜ਼ਰੂਰੀ ਹੈ। ਇਸ ਟੈਂਸ ਦੇ ਵਾਕਾਂ ਦੀ ਪਛਾਣ ਕੀ ਹੈ? ਇਹਨਾਂ ਦੇ ਵਿੱਚ ਨਾ ਤੋਂ ਫਿਰ ਗੈਪ ਹੈ, ਕੋਈ ਹੋਰ ਵਰਡਸ ਇੱਥੇ ਹੋਣਗੇ। ਰਿਹਾ ਹੋਵੇਗਾ, ਤੋਂ ਰਹੀ ਹੋਵੇਗੀ, ਤੋਂ ਰਹੇ ਹੋਣਗੇ, ਤੋਂ ਰਹੇ ਹੋਵੋਗੇ। ਇਸ ਤਰ੍ਹਾਂ ਦੀ ਐਂਡਿੰਗ ਹੋਏਗੀ। ਐਂਡ ਤੇ ਹੋ ਜਾਣਾ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੇ ਹੋਵੋਗੇ, ਰਹੀਆਂ ਹੋਣਗੀਆਂ। ਇਸ ਤਰ੍ਹਾਂ ਦੇ ਸ਼ਬਦ ਹੋਣਗੇ ਐਂਡ ਤੇ। ਪਰ ਕਿਤਨਾ ਕਿਤੇ ਸੈਂਟੈਂਸ ਦੇ ਵਿਚਕਾਰ ਤੋਂ ਸ਼ਬਦ ਵੀ ਤੁਹਾਨੂੰ ਮਿਲੇਗਾ। ਤੋਂ ਅਤੇ ਤੋਂ ਦੇ ਨਾਲ ਕੋਈ ਸਮਾਂ ਲਿਖਿਆ ਹੋਊਗਾ, ਜਿਸ ਤਰ੍ਹਾਂ ਸਵੇਰ ਤੋਂ, ਸ਼ਾਮ ਤੋਂ, ਦੁਪਹਿਰ ਤੋਂ, 2005 ਤੋਂ। ਇਸ ਤਰ੍ਹਾਂ ਜੋ ਹੈ ਟਾਈਮ ਦੇ ਨਾਲ ਤੋਂ ਲੱਗਿਆ ਹੋਊਗਾ। ਯਾਨੀ ਕਿ ਇਸ ਤਰ੍ਹਾਂ ਦੇ ਵਾਕਾਂ ਦੇ ਵਿੱਚ ਕਿਸੇ ਵੀ ਐਕਸ਼ਨ ਦਾ ਜੋ ਹੈ ਨਾ ਸਟਾਰਟਿੰਗ ਪੁਆਇੰਟ ਦੱਸਿਆ ਹੁੰਦਾ ਹੈ ਵੀ ਕੰਮ ਸ਼ੁਰੂ ਹੋਇਆ, ਹੁਣ ਚੱਲ ਰਿਹਾ ਹੋਵੇਗਾ, ਕਦੋਂ ਤੋਂ ਚੱਲ ਰਿਹਾ ਹੋਵੇਗਾ, ਇਹ ਦੱਸਿਆ ਗਿਆ ਹੁੰਦਾ ਹੈ। ਠੀਕ ਹੈ, ਇਸ ਤਰ੍ਹਾਂ ਦੇ ਵਾਕਾਂ ਨੂੰ ਆਪਾਂ ਕਹਿੰਦੇ ਆ ਕਿ ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ ਦੇ ਵਾਕ ਹੁੰਦੇ ਨੇ। ਠੀਕ ਹੈ ਜੀ। ਸੋ ਇਸ ਤਰ੍ਹਾਂ ਦੇ ਵਾਕ ਜੋ ਹੈ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੇ ਹੋਵੋਗੇ, ਰਹੀਆਂ ਹੋਣਗੀਆਂ, ਬਿਲਕੁਲ ਸੇਮ ਪਛਾਣ ਜੋ ਹੈ ਉਹ ਫਿਊਚਰ ਕੰਟੀਨਿਊਅਸ ਟੈਂਸ ਦੀ ਵੀ ਹੈ। ਠੀਕ ਹੈ ਜੀ। ਇੱਥੇ ਕਈ ਵਿਦਿਆਰਥੀ ਜਲਦਬਾਜ਼ੀ ਦੇ ਵਿੱਚ ਜੋ ਹੈ ਕਨਫਿਊਜ਼ ਹੋ ਜਾਂਦੇ ਨੇ, ਉਹ ਭੁੱਲ ਜਾਂਦੇ ਨੇ ਕਿ ਇਹ ਟੈਂਸ ਜੋ ਸੈਂਟੈਂਸ ਹੈ ਉਹ ਕਿਹੜੇ ਟੈਂਸ ਦਾ ਹੈ। ਤੇ ਹੁੰਦਾ ਹੈ ਉਹ ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ ਦਾ ਵਾਕ ਹੈ, ਤੇ ਕਈ ਵਾਰ ਉਸ ਦੇ ਵਿੱਚ ਫਿਊਚਰ ਇੰਡੈਫਿਨਿਟ ਆਪਣਾ ਫਿਊਚਰ ਕੰਟੀਨਿਊਅਸ ਟੈਂਸ ਦਾ ਜੋ ਹੈ ਰੂਲ ਉਹ ਅਪਲਾਈ ਕਰ ਦਿੰਦੇ ਨੇ। ਸੋ ਇਹ ਬੇਟਾ ਦਿਮਾਗ ਦੇ ਵਿੱਚ ਰੱਖਣ ਵਾਲੀ ਗੱਲ ਹੈ, ਧਿਆਨ ਰੱਖਣਾ। ਮੇਨ ਡਿਫਰੈਂਸ ਇਹੀ ਆ। ਦੋ ਵਾਕ ਆਪਾਂ ਇੱਥੋਂ ਦੇਖਦੇ ਹਾਂ। ਦੇਖੋ, ਵਿਦਿਆਰਥੀ 10 ਵਜੇ ਤੋਂ ਪੇਪਰ ਕਰ ਰਹੇ ਹੋਣਗੇ। ਠੀਕ ਹੈ, ਰਹੇ ਹੋਣਗੇ ਆ ਗਿਆ ਐਂਡ ਤੇ, ਰਹੇ ਹੋਣਗੇ। ਦੂਸਰਾ ਵਾਕ ਦੇਖੋ, ਵਿਦਿਆਰਥੀ ਪੇਪਰ ਕਰ ਰਹੇ ਹੋਣਗੇ, ਰਹੇ ਹੋਣਗੇ ਆ ਗਿਆ ਇੱਥੇ ਵੀ ਸੇਮ ਆ ਗਿਆ ਨਾ, ਰਹੇ ਹੋਣਗੇ, ਰਹੇ ਹੋਣਗੇ। ਪਰ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ? ਇਹ ਡਿਫਰੈਂਸ ਹੈ ਇੱਥੋਂ। ਇੱਥੇ ਲਿਖਿਆ 10 ਵਜੇ ਤੋਂ ਪੇਪਰ ਕਰ ਰਹੇ ਹੋਣਗੇ, ਇੱਥੇ ਸਿੱਧਾ ਦਿੱਤਾ ਹੋਇਆ ਕਿ ਪੇਪਰ ਕਰ ਰਹੇ ਹੋਣਗੇ। ਜਦੋਂ ਇਸ ਤਰ੍ਹਾਂ ਟਾਈਮ ਵੀ ਦੱਸਿਆ ਹੋਵੇ ਤੇ ਲਾਸਟ ਤੇ ਇਸ ਪਛਾਣ ਹੋਵੇ ਰਹੇ ਹੋਣਗੇ, ਰਹੀਆਂ ਹੋਣਗੀਆਂ, ਫਿਰ ਤਾਂ ਹੋਏਗਾ ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ। ਤੇ ਜੇਕਰ ਇਹ ਚੀਜ਼ ਵਿੱਚ ਨਹੀਂ ਹੈ, ਸਿੱਧਾ ਹੈ ਵੀ ਰਹੇ ਹੋਣਗੇ, ਫਿਰ ਜੋ ਹੈ ਹੋ ਜਾਂਦਾ ਹੈ ਫਿਊਚਰ ਕੰਟੀਨਿਊਅਸ ਟੈਂਸ। ਫਿਊਚਰ ਦਾ ਯਾਨੀ ਕਿ ਦੂਸਰੀ ਟਾਈਪ ਹੈ, ਜੋ ਸੈਕੰਡ ਵਨ ਹੈ। ਠੀਕ ਹੈ, ਉਹ ਹੋ ਜਾਂਦੀ ਹੈ ਫਿਰ। ਠੀਕ ਹੈ, ਸੋ ਉਮੀਦ ਕਰਦਾ ਪਛਾਣ ਸਮਝ ਆ ਗਈ ਹੋਊਗੀ। ਹੁਣ ਗੱਲ ਕਰਦੇ ਹਾਂ ਆਪਾਂ ਇੰਗਲਿਸ਼ ਦੇ ਵਿੱਚ ਕੀ ਪਛਾਣ ਹੈ, ਕਿਉਂਕਿ ਟ੍ਰਾਂਸਲੇਸ਼ਨ ਇੰਗਲਿਸ਼ ਟੂ ਪੰਜਾਬੀ ਵੀ ਆ ਜਾਂਦੀ ਹੈ। ਸੋ ਇਹ ਵੀ ਪਤਾ ਹੋਣਾ ਚਾਹੀਦਾ ਵੀ ਜੇ ਸੈਂਟੈਂਸ ਇੰਗਲਿਸ਼ ਵਿੱਚ ਲਿਖਿਆ ਹੋਇਆ ਤਾਂ ਆਪਾਂ ਕਿਵੇਂ ਪਛਾਣਾਂਗੇ ਕਿ ਵੀ ਇਹ ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ ਦਾ ਸੈਂਟੈਂਸ ਹੈ। ਠੀਕ ਹੈ, ਇੰਗਲਿਸ਼ ਕੀ ਹੋਏਗਾ ਲਿਖਿਆ ਹੋਇਆ? ਸ਼ੈਲ ਹੈਵ ਬੀਨ, ਵਿਲ ਹੈਵ ਬੀਨ, ਸਿੰਸ ਫੋਰ ਹੋਏਗਾ। ਠੀਕ ਹੈ, ਤੇ ਵਰਬ ਦੀ ਫਸਟ ਫਾਰਮ ਤੇ ਆਈਐਨਜੀ ਲੱਗਿਆ ਹੋਊਗਾ। ਠੀਕ ਹੈ, ਇਹ ਜਿਸ ਵਾਕ ਦੇ ਵਿੱਚ ਇਹਨਾਂ ਚੋਂ ਕੋਈ ਇੱਕ ਹੈਲਪਿੰਗ ਵਰਬ ਸ਼ੈਲ ਹੈਵ ਬੀਨ, ਵਿਲ ਹੈਵ ਬੀਨ ਵਿੱਚੋਂ ਇੱਕ ਹੈਲਪਿੰਗ ਵਰਬ ਲੱਗੀ ਹੋਵੇ, ਆਈਐਨਜੀ ਫਾਰਮ ਲੱਗੀ ਹੋਵੇ, ਮੇਨ ਵਰਬ ਦੇ ਤੌਰ ਤੇ ਫੋਰਥ ਫਾਰਮ ਆਫ ਵਰਬ ਹੋਵੇ। ਠੀਕ ਹੈ, ਤੇ ਸਿੰਸ ਅਤੇ ਫੋਰ ਵਿੱਚੋਂ ਕੋਈ ਇੱਕ ਜੋ ਹੈ ਸ਼ਬਦ ਆਇਆ ਹੋਵੇ, ਫਿਰ ਮੰਨਾਂਗੇ ਆਪਾਂ ਕਿ ਉਹ ਇਸ ਟੈਂਸ ਦਾ ਵਾਕ ਹੈ। ਤਾਂ ਉਸਦੀ ਟ੍ਰਾਂਸਲੇਸ਼ਨ ਇਸ ਹਿਸਾਬ ਨਾਲ ਬਣੇਗੀ, ਫਿਰ ਤੋਂ ਵਾਲੇ ਦੇ ਹਿਸਾਬ ਨਾਲ ਬਣੇਗੀ ਫਿਰ ਪੰਜਾਬੀ ਉਸਦੀ। ਠੀਕ ਹੈ, ਓਕੇ। ਹੁਣ ਦੇਖਦੇ ਆਪਾਂ ਜੋ ਸ਼ੈਲ ਹੈਵ ਬੀਨ ਹੈ ਕਿਹੜੇ ਸਬਜੈਕਟ ਨਾਲ ਯੂਜ਼ ਹੋਊਗਾ? ਆਈ ਐਂਡ ਵੀ ਸਬਜੈਕਟਸ ਨਾਲ। ਜੇਕਰ ਸੈਂਟੈਂਸ ਦੇ ਸ਼ੁਰੂ ਵਿੱਚ ਇੱਥੇ ਜੋ ਸਬਜੈਕਟ ਹੈ ਆਈ ਜਾਂ ਵੀ ਦੇ ਵਿੱਚੋਂ ਹੈ, ਫਿਰ ਤਾਂ ਸ਼ੈਲ ਹੈਵ ਬੀਨ ਆਪਾਂ ਯੂਜ਼ ਕਰਾਂਗੇ। ਜੇਕਰ ਆਈ ਜਾਂ ਵੀ ਦੇ ਵਿੱਚੋਂ ਇੱਥੇ ਕੋਈ ਵੀ ਸਬਜੈਕਟ ਨਹੀਂ ਹੈ, ਕੋਈ ਹੋਰ ਸਬਜੈਕਟ ਹੈ, ਫਿਰ ਆਪਾਂ ਵਿਲ ਹੈਵ ਬੀਨ ਹੈਲਪਿੰਗ ਵਰਬ यूज करेंगे। ठीक है जी।
ਹੁਣ ਇੱਥੇ ਵੀ ਧਿਆਨ ਰੱਖਣਾ ਕਿ ਸ਼ੈਲ ਹੈਵ ਬੀਨ ਇੱਕ ਹੈਲਪਿੰਗ ਵਰਬ ਹੈ। This is only one helping verb and it has 3 parts। 3 parts ने 1 2 3 पर जो है इसमें आप गिनाएंगे एक। इसी तरह will have been इस दे भी 3 parts ने पर helping verb इसमें आप एक मानते हैं, एक गिनाएंगे भी एक helping verb है, ठीक है। Undoubtedly it has 3 parts, ठीक है, लेकिन है तो एक है। ओके, हुन देखो भी ing फॉर्म तो लगनी हुआ, देखो फोर्थ फॉर्म में कोई दिक्कत नहीं है। ਹੁਣ ਗੱਲ ਆ ਜਾਂਦੀ ਹੈ ਸਿੰਸ ਤੇ ਫੋਰ ਦੀ, ਵੀ ਸਿੰਸ ਕਿੱਥੇ ਯੂਜ਼ ਕਰਨਾ ਹੈ, ਫੋਰ ਕਿੱਥੇ ਯੂਜ਼ ਕਰਨਾ ਹੈ, ਠੀਕ ਹੈ। ਸਿੰਸ ਤੇ ਫੋਰ ਦੇ ਯੂਜ਼ ਨਾਲ ਸੰਬੰਧਿਤ ਆਪਣੀ ਜੋ ਹੈ ਇੱਕ ਵੀਡੀਓ ਪਹਿਲਾਂ ਹੀ ਅਪਲੋਡ ਕੀਤੀ ਹੋਈ ਹੈ ਚੈਨਲ ਤੇ, ਸਪੈਸ਼ਲ ਉਸ ਦੇ ਵਿੱਚ ਸਿੰਸ ਤੇ ਫੋਰ ਦਾ ਹੀ ਦੱਸਿਆ ਹੋਇਆ ਆਪਾਂ ਨੇ, ਠੀਕ ਹੈ। ਤੁਸੀਂ ਉਹ ਵੀਡੀਓ ਜੋ ਹੈ ਦੇਖ ਸਕਦੇ ਹੋ ਸਿੰਸ ਫੋਰ ਦਾ ਡਿਟੇਲ ਦੇ ਵਿੱਚ। ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਕਿ ਪਹਿਲਾਂ ਇਸ ਦਾ ਫੋਰ ਦਾ ਯੂਜ਼ ਸਮਝ ਲਓ ਤੁਸੀਂ। ਫੋਰ ਕਿੱਥੇ ਲਗਾਉਣਾ ਹੁੰਦਾ ਆਪਾਂ ਨੇ, ਫੋਰ ਹੁੰਦਾ ਹੈ ਪੀਰੀਅਡ ਆਫ ਟਾਈਮ ਵਾਸਤੇ, ਸਮੇਂ ਦੀ ਅਵਧੀ ਵਾਸਤੇ। ਜਦੋਂ ਸਮੇਂ ਦੀ ਅਵਧੀ ਦਿੱਤੀ ਹੋਈ ਹੈ, ਪੁਆਇੰਟ ਨਹੀਂ ਦਿੱਤਾ ਹੋਇਆ ਸਮੇਂ ਦਾ, ਅਵਧੀ ਹੈ, ਪੀਰੀਅਡ ਹੈ, ਠੀਕ ਹੈ, ਉੱਥੇ ਆਪਾਂ ਫੋਰ ਯੂਜ਼ ਕਰਦੇ ਹਾਂ। ਇਸ ਨੂੰ ਆਪਾਂ ਇਹ ਵੀ ਕਹਿ ਦਿੰਦੇ ਆ ਵੀ ਅਨਸਰਟਨ ਟਾਈਮ ਹੈ, ਅਨਿਸ਼ਚਿਤ ਸਮਾਂ ਹੈ, ਉਦੋਂ ਯੂਜ਼ ਕਰਦੇ ਹਾਂ, ਠੀਕ ਹੈ। ਹੁਣ ਪਤਾ ਕਿਵੇਂ ਲੱਗਦਾ ਹੈ ਕਿ ਸਮਾਂ ਅਨਿਸ਼ਚਿਤ ਹੈ, ਅਨਸਰਟਨ ਹੈ, ਪੀਰੀਅਡ ਆਫ ਟਾਈਮ ਹੈ, ਕਿਵੇਂ ਪਤਾ ਲੱਗਦਾ ਹੈ, ਠੀਕ ਹੈ। ਸਿੰਪਲ ਜੀ ਲੈਂਗੁਏਜ ਦੇ ਵਿੱਚ ਸਮਝ ਲਓ ਕਿ ਜਿਸ ਵਾਕ ਦੇ ਵਿੱਚ ਇੱਕ ਯੂਨਿਟ ਆਫ ਟਾਈਮ ਦਿੱਤੀ ਗਈ ਹੋਵੇ, ਸਮੇਂ ਦੀ ਕੋਈ ਵੀ ਇਕਾਈ ਦਿੱਤੀ ਗਈ ਹੋਵੇ, ਜਿਵੇਂ ਸਮੇਂ ਦੀ ਇਕਾਈ ਕਿਹੜੀ ਹੁੰਦੀ, ਜਿਵੇਂ ਸੈਕਿੰਡ ਹੋ ਗਿਆ, ਸੈਕਿੰਡ ਤੋਂ ਵੀ ਛੋਟੀਆਂ ਹੁੰਦੀਆਂ ਪਰ ਚਲੋ ਸੈਕਿੰਡ ਤੋਂ ਆਪਾਂ ਕਰ ਲੈਂਦੇ ਹਾਂ। ਸੈਕਿੰਡ ਹੈ, ਸੈਕਿੰਡਸ ਨੂੰ ਜੋੜ ਕੇ ਕੀ ਬਣ ਜਾਂਦੀ ਹੈ, ਮਿੰਟ ਬਣ ਜਾਂਦੀ ਹੈ। ਮਿੰਟਸ ਨੂੰ ਜੋੜ ਕੇ ਜੋ ਹੈ ਆਵਰਸ, ਆਵਰਸ ਨੂੰ ਜੋੜ ਕੇ ਜੋ ਹੈ ਡੇ, ਠੀਕ ਹੈ। ਇਸ ਤਰ੍ਹਾਂ ਅੱਗੇ ਅੱਗੇ ਆਪਾਂ ਯੂਜ਼ ਕਰਦੇ ਹਾਂ ਇਸ ਤਰ੍ਹਾਂ, ਸੈਕਿੰਡਸ, ਮਿੰਟਸ, ਆਵਰਸ, डेज, डे बन गया, डेज में जोड़ के वीक, फिर मंथ्स, ईयर, डिकेड, ठीक है, क्वार्टर सेंचुरी, हाफ सेंचुरी, सेंचुरी, इस तरह आप अगे अगे जो है इसनू करी जाने हाँ, ठीक है। ये यूनिट है टाइम दी। इन्हां विचों कोई भी एक शब्द आया होवे, ठीक है, ध्यान नाल सुनो, मैं ये कह इन्हां विचों कोई शब्द आना चाहिए, लिखा होना चाहिए शब्द भी सेकंड या मिनट या आवर या डे, ठीक है, मंथ, ईयर, इस शब्द आया होना चाहिए उसके विच, ठीक है, एक गल। दूसरी गल, इन्हां विचों जिहड़ा एक शब्द आ गया उन्हां दे नाल कोई ना कोई नंबर लिखा होना चाहिए, 1 2 3 4, एनी नंबर कोई भी हो सकता है नाल। जिवें कि मान लो मैं कहना भी 2 मिनट, 2 एक नंबर आ गया, ठीक है, उधर यूनिट ऑफ टाइम आ गई नाल, ठीक है। मैं कहना भी 3 मंथ्स, 3 महीने, 3 की है नंबर आ गया, मंथ्स यूनिट ऑफ टाइम आ गई, ठीक है। ਜਦੋਂ ਇਸ ਤਰ੍ਹਾਂ ਦਾ ਕੇਸ ਹੋਵੇ ਉੱਥੇ ਤੁਸੀਂ ਜੋ ਹੈ ਫੋਰ ਯੂਜ਼ ਕਰ ਦਿਓ ਬਸ, ਬਾਕੀ ਜੋ ਹੈ ਸਾਰੇ ਕਿਤੇ ਸਿੰਸ ਲੱਗ ਜਾਏਗਾ, ਸਿੰਪਲ ਜੀ ਗੱਲ ਇਹ ਹੈ। ਬਾਕੀ ਡਿਟੇਲ ਦੇ ਵਿੱਚ ਸਿੰਸ ਫੋਰ ਵਾਲੀ ਵੀਡੀਓ ਦੇਖ ਲਓ, ਉੱਥੇ ਜੋ ਸਿੰਸ ਦਾ ਦੱਸਿਆ ਹੋਇਆ ਹੈ। ਇੱਥੇ ਇੱਕ ਗੱਲ ਜੋ ਮਾਈਂਡ ਦੇ ਵਿੱਚ ਰੱਖਣ ਵਾਲੀ ਇਹ ਹੈ ਵੀ ਜੇਕਰ ਇਸ ਕੇਸ ਦੇ ਵਿੱਚ ਨਾਲ ਜੋ ਹੈ ਪਿਛਲਾ ਸ਼ਬਦ ਲਿਖਿਆ ਆ ਗਿਆ, ਪਿਛਲਾ, ਕੀ ਸ਼ਬਦ ਆ ਜੇ, ਪਿਛਲਾ, ਪਿਛਲੇ, ਇਸ ਤਰ੍ਹਾਂ पिछला शब्द जो है लिखा है जेकर आ गया ना, फिर तुसी जो है सिंस ही लगाओगे, फिर फोर नहीं लगता है। ये ध्यान रखना। जिवें मैं कहना भी पिछले 2 मिनटां तो, मैं पिछले 2 मिनटां तो फ्यूचर परफेक्ट कंटिन्यूअस टेंस समझा रहा हाँ, पिछले 2 मिनटां तो, ठीक है। फिर जो है देखो दो आ गया, नंबर आ गया, यूनिट ऑफ टाइम भी आ गई, मिनट आ गया, पर नाल जो पिछला पिछले शब्द आ गया। फिर जो आप सिंस लिखांगे, सिंस 2 मिनट्स, सिंस 2 मिनट्स। पर जे ये शब्द ना हुंदा, पिछले ਨੂੰ ਆਪਾਂ ਅੰਗਰੇਜ਼ੀ ਚ ਕੀ ਕਹਿੰਦੇ, ਲਾਸਟ ਕਹਿੰਦੇ, ਲਾਸਟ, ठीक है, लास्ट। जे लास्ट वर्ड ना हुंदा फिर मैं कहंदा for 2 मिनट्स, for 2 मिनट्स। पर जे लास्ट शब्द लग गया नाल पिछले 2 मिनटां तो, फिर मैं कहूंगा since 2 मिनट्स। क्लियर, ओके। तो since जो है सर्टेन टाइम नाल यूज हुंदा है, सर्टेन टाइम, सर्टेन टाइम यानी कि पॉइंट ऑफ टाइम, निश्चित समा, बकायदा दस्सिया गया जिवें 10 बजे तो काम शुरू होया है, 10 बजे तो, 2 बजे तो, 5 बजे तो, कोई पार्टिकुलर डेट मैंशन की हो सकती है भी इन्नी तरीक तो काम शुरू होया, ठीक है। दिन का नाम हो सकता है, ठीक है, दिन का नाम हो सकता है। इत्थे सिर्फ दिन शब्द की गल हुई सी, डे जे लिखा गया ना संडे, फिर जो है सिंस लगेगा। जे कल्ला डे होया दिन, 2 दिनों तो 3 दिनों तो, फिर जो है गल है फिर फोर लगना है। पर जे दिन का नाम देता बकायदा, संडे, मंडे कोई भी है, फिर सिंस लगेगा। इसी तरह आप करें 2 महीने, 2 महीने तो 4 है, पर जे महीने का नाम दसता,
ठीक है, जनवरी तो, फैबरवरी तो, मार्च तो, फिर वो एग्जैक्ट टाइम हो गया, सर्टेन टाइम हो गया, फिर सिंस लगना है। ठीक है, बाकी डिटेल ਦੇ ਵਿੱਚ सिंस ਤੇ फोर वाली वीडियो देख लो, ਉੱਥੇ जो है क्लीयर सारी ਗੱਲਾਂ हो ਜਾਣਗੀਆਂ। ਬਰੀਫਿੰਗ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਵੀ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ ਵੈਸੇ ਹੁਣ ਵੀ। ਓਕੇ, ਹੁਣ ਆਪਾਂ ਐਗਜ਼ਾਮਪਲਸ ਦੇਖਦੇ ਹਾਂ। ਪੈਸਿਵ ਵੌਇਸ ਇਸ ਦਾ ਬੇਟਾ ਨਹੀਂ ਹੁੰਦਾ, ਠੀਕ ਹੈ, ਇਸ ਟੈਂਸ ਦਾ ਪੈਸਿਵ नहीं बनता है, सिर्फ एक्टिव का इसका बनता है। तो एक्टिव रूल इसका है, ये रूल है शैल हैव बीन, विल हैव बीन, आईएनजी फॉर्म लगनी है, सिंस फॉर लगना है। ओके, चलो एग्जांपल्स देखते हैं। हम विद्यार्थी 10 बजे तो पेपर कर रहे होंगे, ठीक है जी, 10 बजे तो कर रहे होंगे, ठीक है जी। इसकी ट्रांसलेशन आ गई जी, ये गल मैं समझा आज तक डिफरेंस। ये फ्यूचर परफेक्ट कंटिन्यूअस टेंस है, ये जो है फ्यूचर कंटिन्यूअस टेंस है। ओके, ਹੁਣ ਇਹ ਵਾਕ ਹੈ ਫਿਊਚਰ ਪਰਫੈਕਟ ਕੰਟੀਨਿਊਸ ਦਾ, ਇਸ ਦੀ ਟ੍ਰਾਂਸਲੇਸ਼ਨ ਬਣਦੀ ਹੈ ਵਿਦਿਆਰਥੀ ਯਾਨੀ ਕਿ ਸਟੂਡੈਂਟਸ ਨਾਲ ਦੇਖੋ ਸ਼ੈਲ ਹੈਵ ਬੀਨ, ਵਿਲ ਹੈਵ ਬੀਨ, ਇਹ ਦੋ ਹੈਲਪਿੰਗ ਵਰਬਸ ਨੇ। ਆਪਾਂ ਲਗਾਵਾਂਗੇ ਜੀ ਵਿਲ ਹੈਵ ਬੀਨ। ਕਿਉਂ ਵਿਲ ਹੈਵ ਬੀਨ ਲਗਾਇਆ? ਕਿਉਂਕਿ ਇੱਥੇ ਜੋ ਸਬਜੈਕਟ ਹੈ ਬੇਟਾ ਇਹ ਆ ਗਿਆ ਸਟੂਡੈਂਟਸ। ਜੇ ਤਾਂ ਇੱਥੇ ਸਬਜੈਕਟ ਆਈ ਜਾਂ ਵੀ ਹੁੰਦਾ, ਕਿਹੜਾ ਸਬਜੈਕਟ ਹੁੰਦਾ? ਆਈ ਜਾਂ ਵੀ ਵਿੱਚੋਂ ਕੋਈ ਹੁੰਦਾ ਇੱਕ, ਫਿਰ ਆਪਾਂ ਸ਼ੈਲ ਹੈਵ ਬੀਨ ਇੱਥੇ ਯੂਜ਼ ਕਰਦੇ। ਹੁਣ ਇੱਥੇ ਨਾ ਤਾਂ ਆਈ ਆਇਆ ਨਾ ਵੀ ਆਇਆ, इसलिए की है कोई और सब्जेक्ट आ गया, विल हैव बीन अपन ने यूज कर लेते, विल हैव बीन। ठीक है, पेपर करना यानी कि अटेम्प्ट दी आईएनजी फॉर्म लगा दो, अटेम्प्टिंग हो गया। ठीक है, पेपर स्टूडेंट्स विल हैव बीन अटेम्प्टिंग पेपर। 10 बजे तो है, हुण इत्थे सिंस लगाया अपन ने, 10 बजे पक्का टाइम दस्सिया होया। ठीक है, जे तां होंदा भी 10 मिनटां तो, ठीक है, 10 घंटियां तो, फिर 4 हो जाता इत्थे। ਹੁਣ 10 ਵਜੇ ਤੋਂ ਹੈ ਨਾ, ਐਗਜ਼ੈਕਟ ਟਾਈਮ ਹੋ ਗਿਆ 10 ਵਜੇ, ਸੋ ਇੱਥੇ ਕੀ ਲੱਗਣਾ ਹੈ? since 10 o'clock। ਕਲੀਅਰ, ਇਹ ਪੋਜ਼ਿਟਿਵ ਸੈਂਟੈਂਸ ਹੈ ਬੇਟਾ। ਪੋਜ਼ਿਟਿਵ ਸੈਂਟੈਂਸ ਜਦੋਂ ਆਪਾਂ ਬਣਾਉਂਦੇ ਆ ਇਸ ਟੈਂਸ ਦਾ, ਤਾਂ ਸਭ ਤੋਂ ਪਹਿਲੇ ਨੰਬਰ ਤੇ ਜੋ ਹੈ ਆਪਾਂ ਲਿਖਦੇ ਆ ਸਬਜੈਕਟ। ਇੱਥੇ ਸਟੂਡੈਂਟਸ ਜੋ ਹੈ ਸਬਜੈਕਟ ਹੋ ਗਿਆ, ਕਰਤਾ, ਡੂਅਰ, ਕੰਮ ਨੂੰ ਕਰਨ ਵਾਲਾ। ਠੀਕ ਹੈ, ਉਹ ਸਭ ਤੋਂ ਪਹਿਲੇ ਨੰਬਰ ਤੇ ਆਏਗਾ। ਉਸ ਤੋਂ ਬਾਅਦ ਦੂਜੇ ਨੰਬਰ ਤੇ ਨਾ ਹੈਲਪਿੰਗ ਵਰਬ ਆਉਣੀ ਹੈ। ਇੰਨੀ ਵੱਡੀ ਹੈਲਪਿੰਗ ਵਰਬ ਹੈ ਇਹ ਦੂਜੇ ਨੰਬਰ ਤੇ ਲਗਾਤੀ ਆਪਾਂ ਨੇ। ਪੋਜ਼ਿਟਿਵ ਸੈਂਟੈਂਸ ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਲੱਗਣਾ ਹੁੰਦਾ ਬੇਟਾ ਆਈਐਨਜੀ ਫਾਰਮ। ਕੀ ਲੱਗਣੀ ਹੈ? ਆਈਐਨਜੀ ਫਾਰਮ। ਤੇ ਆਈਐਨਜੀ ਫਾਰਮ ਤੋਂ ਬਾਅਦ ਕੋਈ ਇੱਥੇ ਸਬਜੈਕਟ ਆਬਜੈਕਟ ਆ ਸਕਦਾ ਹੈ, ਕੁਝ ਵੀ ਸ਼ਬਦ ਕੋਈ ਵਰਡ ਹੋ ਸਕਦਾ ਹੈ ਜਿਸ ਤੇ ਉਹ ਐਕਸ਼ਨ ਕੀਤਾ ਜਾ ਰਿਹਾ ਹੈ। ਠੀਕ ਹੈ, ਉਹ ਇੱਥੇ ਆ ਜਾਏਗਾ। ਉਸ ਤੋਂ ਬਾਅਦ ਫਿਰ ਲਾਸਟ ਤੇ ਜੋ ਹੈ ਸਿੰਸ ਜਾਂ ਫੋਰ ਵਿੱਚੋਂ ਇੱਕ ਵਰਡ ਯੂਜ਼ ਕਰਨਾ ਹੈ ਇੱਥੇ। ਉਸ ਤੋਂ ਬਾਅਦ ਜੋ ਟਾਈਮ ਲਿਖ ਦੇਣਾ ਹੈ, ਜਿੰਨੇ ਆ ਜਿਹੜਾ ਇੱਥੇ ਦੇਖੋ ਦੂਜੇ ਨੰਬਰ ਤੇ ਲਿਖਿਆ ਹੋਇਆ ਹੈ। ਪੰਜਾਬੀ ਦੇ ਵਿੱਚ ਵਾਕ ਦੇ ਵਿੱਚ ਇਹ ਟਾਈਮ ਜੋ ਹੈ ਦੂਜੇ ਨੰਬਰ ਤੇ ਹੈ, ਪਰ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਟ੍ਰਾਂਸਲੇਟ ਕਰਾਂਗੇ ਇਹ ਟਾਈਮ ਜੋ ਹੈ ਆਪਾਂ ਨੇ ਲਾਸਟ ਤੇ ਲਿਖਣਾ ਹੈ। ਠੀਕ ਹੈ, ਤੋਂ ਦੀ ਇੰਗਲਿਸ਼ ਹੈ ਜੀ ਸਿੰਸ ਤੇ 10 ਵਜੇ, ਇਹ ਇਸ ਤਰ੍ਹਾਂ ਹੈ। ਠੀਕ ਹੈ, ਸੋ ਇਹ ਸਟਰਕਚਰ ਬਣਦਾ ਹੈ ਬੇਟਾ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਦੇ ਪੋਜ਼ਿਟਿਵ ਸੈਂਟੈਂਸ ਦਾ। ਕੀ ਬਣ ਗਿਆ? ਸਬਜੈਕਟ, ਹੈਲਪਿੰਗ ਵਰਬ, ਮੇਨ ਵਰਬ, ਆਬਜੈਕਟ ਤੇ ਇਸ ਸਿੰਸ ਤੇ ਫੋਰ ਵਿੱਚੋਂ ਇੱਕ ਵਰਡ, ਲਾਸਟ ਤੇ ਟਾਈਮ। ਉਮੀਦ ਕਰਦਾ ਹਾਂ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਅੱਗੇ ਦੇਖੋ ਸਟੂਡੈਂਟਸ ਵਿਲ ਬੀ ਅਟੈਂਪਟਿੰਗ ਪੇਪਰ, ਇਹ ਇਸ ਦੀ ਟ੍ਰਾਂਸਲੇਸ਼ਨ ਹੈ ਬੇਟਾ ਇਸ ਦੀ। ਠੀਕ ਹੈ, ਆ ਦੇਖੋ ਵਿਦਿਆਰਥੀ ਪੇਪਰ ਕਰ ਰਹੇ ਹੋਣਗੇ ਆ ਗਿਆ ਨਾ। ਇਹ ਫਿਊਚਰ ਕੰਟੀਨਿਊਸ ਹੈ ਨਾ ਕਿ ਫਿਊਚਰ ਪਰਫੈਕਟ ਕੰਟੀਨਿਊਸ, ਕਿਉਂਕਿ ਇਸ ਦੇ ਵਿੱਚ ਟਾਈਮ ਨਹੀਂ ਦਿੱਤਾ ਹੋਇਆ। ਠੀਕ ਹੈ, ਇਸ ਦੀ ਟ੍ਰਾਂਸਲੇਸ਼ਨ ਇਸ ਦੀ ਫਿਰ ਫਿਊਚਰ ਕੰਟੀਨਿਊਸ ਦਾ ਜੋ ਰੂਲ ਹੈ ਉਹ ਇੱਥੇ ਫੋਲੋ ਕਰਨਾ ਹੈ। ਫਿਊਚਰ ਕੰਟੀਨਿਊਸ ਦੇ ਵਿੱਚ ਸਿੰਪਲੀ ਸ਼ੈਲ ਬੀ, ਵਿਲ ਬੀ ਤੇ ਆਈਐਨਜੀ ਫਾਰਮ ਲੱਗਦੀ ਹੈ, ਸਿੰਸ ਫਾਰਮ ਨਹੀਂ ਲੱਗਦਾ। ਸ਼ੈਲ ਬੀ, ਵਿਲ ਬੀ ਤੇ ਆਈਐਨਜੀ ਫਾਰਮ ਲੱਗਦੀ ਹੈ। ਦੇਖੋ स्टूडेंट्स विल बी अटेम्प्टिंग पेपर, बस ये लगना सब्जेक्ट हो गया, फिर हेल्पिंग वर्ब, आईएनजी फॉर्म, ऑब्जेक्ट। सिंस फॉर दा इसके कोई कांसेप्ट है ही नहीं, फ्यूचर कंटीन्यूअस टेंस दे विच सिंपल यही है। क्लियर, उम्मीद करदा है डिफरेंस भी चंगी तरह समझ आ गया होगा ते इन्हां दा जो पॉजिटिव स्ट्रक्चर जो है समझ आ गया होगा। हुण देखो तुसीं 2 बजे तो उड़ीक कर रहे होवोगे, ये भी पॉजिटिव सेंटेंस है। 2 बजे तो इत्थों पछाणो, देखो टेंस इत्थों पछाण आएगा, 2 बजे तो रहे होवोगे तो आ गया कदों तो 2 बजे तो, इसे टेंस का वाक्य है। ठीक है, हुण देखो तुसीं आ गया, तुसीं यानी कि विल हैव बीन लगना है, शैल हैव बीन इत्थे यूज नहीं कर सकते। शैल हैव बीन तां लगांदे जिथे आई या वी विचों आंदा। ठीक है, हुण यू नाल की लगे जी, विल हैव बीन आईएनजी फॉर्म, वेटिंग 2 बजे तो, सिंस 2 o'clock, 2 बजे बेटा पक्का टाइम है, इस करके इत्थे अपन की लगाया जी सिंस, की लगाया सिंस।
ਹੁਣ ਇਸ ਸੈਂਟੈਂਸ ਦੇ ਵਿੱਚ ਤੇ ਇਸ ਸੈਂਟੈਂਸ ਦੇ ਵਿੱਚ ਥੋੜਾ ਡਿਫਰੈਂਸ ਵੀ ਹੈ। ਦੇਖੋ ਇੱਥੇ ਅਟੈਂਪਟਿੰਗ ਤੋਂ ਬਾਅਦ ਪੇਪਰ ਵੀ ਲਿਖਿਆ ਹੋਇਆ ਸੀਗਾ ਸ਼ਬਦ, ਇੱਕ ਹੋਰ ਸ਼ਬਦ ਸੀ ਐਕਸਟਰਾ। ਇੱਥੇ ਦੇਖੋ ਆਈਐਨਜੀ ਤੋਂ ਬਾਅਦ, ਆਈਐਨਜੀ ਫਾਰਮ ਤੋਂ ਬਾਅਦ, ਫੋਰਥ ਫਾਰਮ ਤੋਂ ਬਾਅਦ ਇੱਕ ਹੋਰ ਵਰਡ ਸੀ, ਫਿਰ ਜੋ ਹੈ ਸਿੰਸ ਫॉर ਲਗਾਇਆ ਸੀ। ਠੀਕ ਹੈ, ਪਰ ਇੱਥੇ ਕੀ ਹੋ ਗਿਆ, ਵੇਟਿੰਗ ਤੋਂ ਬਾਅਦ ਯਾਨੀ ਕਿ ਆਈਐਨਜੀ ਫਾਰਮ ਤੋਂ ਬਾਅਦ ਸਿੱਧਾ ਸਿੰਸ ਆ ਗਿਆ। ਕਿਉਂ ਆ ਗਿਆ? ਕਿਉਂਕਿ ਇਸ ਸੈਂਟੈਂਸ ਦੇ ਵਿੱਚ ਆਬਜੈਕਟ ਹੈ ਨਹੀਂ। ਠੀਕ ਹੈ, ਇਹ ਦੱਸਿਆ ਨਹੀਂ ਗਿਆ ਵੀ ਕਿਸ ਦਾ ਇੰਤਜ਼ਾਰ ਕਰ ਰਹੇ ਹੋਵੋਗੇ ਤੁਸੀਂ। ਸਮਝ ਆਈ ਨਾ ਗੱਲ? ਤੁਸੀਂ 2 ਵਜੇ ਤੋਂ ਉਡੀਕ ਕਰ ਰਹੇ ਹੋਵੋਗੇ, ਯੂ ਵਿਲ ਹੈਵ ਬੀਨ ਵੇਟਿੰਗ। ਕਿਸ ਦੀ ਉਡੀਕ ਕਰ ਰਹੇ ਹੋਵੋਗੇ ਇਹ ਨਹੀਂ ਦੱਸਿਆ ਹੋਇਆ। ਜੇ ਇਹ ਦੱਸਿਆ ਹੁੰਦਾ ਫਿਰ ਆਪਾਂ ਇੱਥੇ ਲਿਖਦੇ ਆਪਾਂ। ਠੀਕ ਹੈ, ਮੰਨ ਲਓ ਇਹ ਹੁੰਦਾ ਵੀ ਤੁਸੀਂ 2 ਵਜੇ ਤੋਂ ਮੇਰੀ ਉਡੀਕ ਕਰ ਰਹੇ ਹੋਵੋਗੇ, ਮੇਰੀ, ਤਾਂ ਫਿਰ ਇੱਥੇ ਆਪਾਂ ਲਿਖਦੇ ਯੂ ਵਿਲ ਹੈਵ ਬੀਨ ਵੇਟਿੰਗ ਫॉर मी, ਵੇਟਿੰਗ ਫॉर मी। ਤੇ ਇਹ ਫॉर ਜੋ ਹੈ ਇਸ ਇਹ ਫॉर ਨਹੀਂ ਹੈਗਾ ਐਵੇਂ ਦਾ, ਇਸ ਸੈਂਸ ਦੇ ਵਿੱਚ ਯੂਜ਼ ਨਹੀਂ ਹੋਇਆ ਇਹ ਟਾਈਮ ਵਾਲਾ। ਠੀਕ ਹੈ, ਇਸ ਦਾ ਮਤਲਬ ਇੱਥੇ ਫॉर ਦਾ ਮਤਲਬ ਲਈ ਹੈ, ਮੇਰੇ ਲਈ, ਮੇਰਾ ਇੰਤਜ਼ਾਰ ਕਰ, ਮੇਰੇ ਲਈ ਤੁਸੀਂ ਇੰਤਜ਼ਾਰ ਕਰੋ। ਇੱਥੇ ਲਈ ਮੀਨਿੰਗ ਹੈ ਇਸ ਦਾ। ਠੀਕ ਹੈ, ਪਰ ਜਦੋਂ ਆਪਾਂ ਇਸ ਤਰ੍ਹਾਂ ਯੂਜ਼ ਕਰਦੇ ਆ ਫॉर, ਫਿਰ ਇਸ ਦਾ ਮੀਨਿੰਗ ਹੁੰਦਾ ਤੋਂ। ਇੱਥੇ ਫॉर ਦਾ ਮਤਲਬ ਤੋਂ ਨਹੀਂ ਹੈ, ਇੱਥੇ ਫॉर ਦਾ ਮਤਲਬ ਇਹ ਕੀ ਹੈ, ਲਈ ਹੈ। ਯੂ ਵਿਲ ਹੈਵ ਬੀਨ ਵੇਟਿੰਗ ਫॉर मी ਸਿੰਸ 2 o'clock। ਠੀਕ ਹੈ, ਇੱਥੇ ਫਿਰ ਇਹ ਆਬਜੈਕਟ ਬਣ ਗਿਆ ਬੇਟਾ, ਇਹ ਜੋ ਹੈ ਆਬਜੈਕਟ ਹੈ, ਇੱਥੇ ਫਿਲ ਹੋ ਇੱਥੇ ਆ ਸਕਦਾ ਸੀ ਇਹ, ਪਰ ਕਿਉਂਕਿ ਸੈਂਟੈਂਸ ਵਿੱਚ ਹੈ ਨਹੀਂ ਸੀ ਇਸ ਕਰਕੇ ਆਪਾਂ ਨੇ ਛੱਡ ਦਿੱਤਾ, ਇੱਥੇ ਲਿਖਿਆ ਨਹੀਂ ਹੈਗਾ। ਜੇ ਹੋਏਗਾ ਤਾਂ ਲਿਖ ਦਾਂਗੇ, ਨਹੀਂ ਹੋਏਗਾ ਤਾਂ ਨਹੀਂ ਲਿਖਾਂਗੇ। ਉਸ ਤੋਂ ਬਾਅਦ ਸਿੰਸ ਫॉर ਤੇ ਟਾਈਮ ਆਪਾਂ ਸਿੱਧਾ ਲਿਖ ਦਵਾਂਗੇ। ਠੀਕ ਹੈ, ਇਹ ਵੀ ਪੋਜ਼ਿਟਿਵ ਸੈਂਟੈਂਸ ਸੀ। ਸਬਜੈਕਟ ਹੋ ਗਿਆ, ਹੈਲਪਿੰਗ ਵਰਬ, ਫਿਰ ਮੇਨ ਵਰਬ, ਉਸ ਤੋਂ ਬਾਅਦ ਆਬਜੈਕਟ ਇਸ ਦੇ ਵਿੱਚ ਹੈ ਨਹੀਂ ਸੀ ਤੇ ਸਿੰਸ ਜਾਂ ਫॉर ਵਿੱਚੋਂ ਸਿੰਸ ਲਗਾ ਲਿਆ ਆਪਾਂ ਨੇ, ਕਿਉਂਕਿ ਇਹ ਨਿਸ਼ਚਿਤ ਸਮਾਂ ਦਿੱਤਾ ਹੋਇਆ ਸੀ 2 o'clock, 2 ਵਜੇ। ਓਕੇ, ਚਲੋ ਜੀ ਨੈਕਸਟ ਸੈਂਟੈਂਸ ਦੇਖੋ। ਹੁਣ ਨੈਗੇਟਿਵ ਕਿਵੇਂ ਬਣਾਵਾਂਗੇ ਸੈਂਟੈਂਸ ਇਸ ਟੈਂਸ ਦੇ। ਉਹ 1 ਘੰਟੇ ਤੋਂ ਸਿਤਾਰ ਨਹੀਂ ਵਜਾ ਰਹੀ ਹੋਵੇਗੀ, ਰਹੀ ਹੋਵੇਗੀ ਆ ਗਿਆ ਜੀ, 1 ਘੰਟੇ ਤੋਂ ਆ ਗਿਆ ਜੀ। ਇਸ ਦਾ ਮਤਲਬ ਹੈ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਦਾ ਵਾਕ ਹੈ, ਐਕਟਿਵ ਵਾਕ ਹੈ, ਪੈਸਿਵ ਇਸ ਦਾ ਹੁੰਦਾ ਹੀ ਨਹੀਂ। ਠੀਕ ਹੈ, ਇੱਕੋ ਹੀ ਰੂਲ ਹੈ, ਸ਼ੈਲ ਹੈਵ ਬੀਨ, ਵਿਲ ਹੈਵ ਬੀਨ, ਆਈਐਨਜੀ ਫॉर्म, ਸਿੰਸ ਐਂਡ ਫॉर। ਓਕੇ, ਉਹ ਕੌਣ ਹੈ? ਸ਼ੀ, ਕਿਉਂਕਿ ਰਹੀ ਹੋਵੇਗੀ ਹੈ ਤੋਂ ਪਤਾ ਲੱਗਿਆ ਆਪਾਂ ਨੂੰ ਇਹ ਸ਼ੀ ਹੈ। ਜੇ ਹੁੰਦਾ ਨਾ ਰਿਹਾ ਹੋਵੇਗਾ ਫਿਰ ਇਹ ਹੀ ਹੁੰਦਾ, ਰਹੇ ਹੋਣਗੇ ਹੁੰਦਾ ਤਾਂ ਫਿਰ ਇਹ ਦੇ ਹੁੰਦਾ। ਠੀਕ ਹੈ, ਹੁਣ ਇਹ ਕੀ ਹੈ, ਰਹੀ ਹੋਵੇਗੀ ਹੈ, ਇਟ ਮੀਨਸ ਇਹ ਸ਼ੀ ਹੈ। ਸ਼ੀ ਨਾਲ ਜੋ ਹੈ ਵਿਲ ਹੈਵ ਬੀਨ ਹੈਲਪਿੰਗ ਵਰਬ ਲੱਗਣੀ ਹੈ। ਠੀਕ ਹੈ, ਵਿਲ ਹੈਵ ਬੀਨ ਹੈਲਪਿੰਗ ਵਰਬ ਆਪਾਂ ਨੇ ਲੈ ਲਈ ਜੀ, ਵਿਲ ਹੈਵ ਬੀਨ। ਹੁਣ ਕਿਉਂਕਿ ਸੈਂਟੈਂਸ ਨੈਗੇਟਿਵ ਹੈ, ਨਹੀਂ ਆਇਆ ਹੋਇਆ ਹੈ, ਤਾਂ ਨੋਟ ਜੋ ਲੱਗੇਗਾ ਬੇਟਾ ਉਹ ਵਿਲ ਤੋਂ ਬਾਅਦ ਇੱਥੇ ਆਪਾਂ ਨੇ ਨੋਟ ਲਗਾ ਦਿੱਤਾ। ਠੀਕ ਹੈ, ਇਹ ਧਿਆਨ ਰੱਖਣਾ ਹੈ ਜਦੋਂ ਵੀ ਆਪਾਂ ਨੈਗੇਟਿਵ ਕੋਈ ਸੈਂਟੈਂਸ ਬਣਾਉਂਦੇ ਹਾਂ। ਸੌਰੀ ਬੇਟਾ, ਜਦੋਂ ਵੀ ਕੋਈ ਨੈਗੇਟਿਵ ਸੈਂਟੈਂਸ ਆਪਾਂ ਬਣਾਉਂਦੇ ਆ ਤਾਂ ਹੈਲਪਿੰਗ ਵਰਬ ਦਾ ਜੋ ਫਸਟ ਪਾਰਟ ਹੈ ਉਸ ਤੋਂ ਤੁਰੰਤ ਬਾਅਦ ਜੋ ਹੈ ਨੋਟ ਫਿਲ ਕਰਨਾ ਹੁੰਦਾ, ਨੋਟ ਇਨਸਰਟ ਕਰਨਾ ਹੁੰਦਾ ਹੈ। ਠੀਕ ਹੈ, ਇੱਥੇ ਨੋਟ ਨਹੀਂ ਲੱਗ ਸਕਦਾ, ਇੱਥੇ ਨੋਟ ਨਹੀਂ ਲੱਗ ਸਕਦਾ, ਧਿਆਨ ਰੱਖਿਓ। ਵਿਲ ਹੈਵ ਬੀਨ 3 ਪਾਰਟਸ ਨੇ ਹੈਲਪਿੰਗ ਵਰਬ ਦੇ, 3 ਪਾਰਟਸ ਨੇ। ਫਸਟ ਪਾਰਟ ਨੂੰ ਛੱਡ ਕੇ ਹੈਲਪਿੰਗ ਵਰਬ ਦੇ ਫਸਟ ਪਾਰਟ ਨੂੰ ਛੱਡ ਕੇ ਨੋਟ ਲੱਗੂਗਾ। ਇਹ ਸਟਰਕਚਰ ਬਣਦਾ ਹੈ ਨੈਗੇਟਿਵ ਸੈਂਟੈਂਸ ਦਾ। ਠੀਕ ਹੈ, ਯਾਨੀ ਕਿ ਦੇਖੋ ਸ਼ੀ ਵਿਲ ਨਾਟ ਹੈਵ ਬੀਨ। ਠੀਕ ਹੈ, ਪਲੇ ਔਨ ਵਜਾਣਾ, ਪਲੇ ਦਾ ਮਤਲਬ ਖੇਡਣਾ ਵੀ ਹੁੰਦਾ ਦੇਖੋ, ਪਰ ਪਲੇ ਦਾ ਮਤਲਬ ਜੋ ਹੈ ਕੋਈ ਇਨਸਟਰੂਮੈਂਟ ਨੂੰ ਵਜਾਉਣਾ ਵੀ ਹੁੰਦਾ ਹੈ। ਠੀਕ ਹੈ, ਸੋ ਪਲੇ ਦੇ ਨਾਲ ਔਨ ਜੋ ਹੈ ਪ੍ਰੈਪੋਜੀਸ਼ਨ ਇੱਥੇ ਲੱਗ ਜਾਂਦੀ ਹੁੰਦੀ ਹੈ। ਠੀਕ ਹੈ, ਪਲੇਇੰਗ ਔਨ ਕੀ ਵਜਾ ਰਿਹਾ ਸੀ, ਸਿਤਾਰ ਵਜਾ ਰਹੀ ਹੋਵੇਗੀ। for an hour। ठीक है, 1 घंटा आ गया ना, एक मतलब आ देखो यूनिट ऑफ टाइम आ गई, नंबर आ गया 1, नंबर 1 2 3 नंबर आ गया, यूनिट ऑफ टाइम सेकंड मिनट आवर घंटे आ गया। इसका मतलब की है फिर इतने 4 लगना है, इतने 4 लगाया पर सिंस नहीं लगाया हम इतने, क्योंकि ये समा निश्चित नहीं। 1 घंटा तो कोई भी हो सकता है, 1 घंटा तो 1 बजे तो लेके 2 बजे तक भी हो सकता है, 2 तो लेके 3 भी हो सकता है, 3 तो 4 भी हो सकता है। ठीक है, पर क्लीयर नहीं ना है, पर कन्फर्म नहीं है। जे सीधा कहते भी 1 बजे तो फिर क्लीयर सी अपन, फिर आप सिंस लगाते, इस करके इतने की लगना बेटा 4। She will not have been playing on star for an hour। 1 घंटा यानी कि an hour, इसका प्रोनाउंसिएशन होता है hour, कुछ लोग इसको r भी बोलते हैं, r। ठीक है, ते एडवांस लर्नर डिक्शनरी के अकॉर्डिंग उसके जो ट्रांसक्रिप्शन ਦੇ ਵਿੱਚ ਲਿਖਿਆ ਹੋਇਆ ਕੀ ਹੈ, hour। ओके, चलो ये तो देखो सब्जेक्ट लिखना है पहला, फिर हेल्पिंग वर्ब का फर्स्ट पार्ट स्ट्रक्चर दसना मैं नेगेटिव सेंटेंस का। सब्जेक्ट
फिर हेल्पिंग वर्ब का फर्स्ट पार्ट, उस तो बाद नोट, फिर हेल्पिंग वर्ब का सैकेंड एंड थर्ड पार्ट ये लिखना है। उस तो बाद आईएनजी फॉर्म है, फिर ऑब्जेक्ट है ते नाल सिंस ते फोर विचों एक वर्ड आ गया। उस तो बाद जो समा दिता गया है वो लास्ट ते आपां ने लिख देना है जी। ओके, हुण देखो इंट्रोगेटिव सेंटेंस किवें बनदा इसदा कि ਅਸੀਂ 2 ਘੰਟਿਆਂ ਤੋਂ ਭਜਨ ਗਾ ਰਹੇ ਹੋਵਾਂਗੇ, तो 2 ਘੰਟਿਆਂ ਤੋਂ ਰਹੇ ਹੋਵਾਂਗੇ। फ्यूचर परफेक्ट कंटीन्यूअस टेंस हो गया, पछाण हो गई। इथों एक्टिव सेंटेंस है, पैसिव दा हुंदा ही नहीं, ठीक है। ये गल्लां ध्यान रखणियां ने, पहला टेंस पछाणना है, फिर ये देखना भी एक्टिव च है कि पैसिव च है, अकॉर्डिंगली फिर जो है रूल्स अप्लाई करने होंगे ने, ठीक है। देखो हुण इत्थे आ गया जी ये इंट्रोगेटिव सेंटेंस है। ਅਸੀਂ यानी कि वी नाल की लगना जी शैल हैव बीन, की यूज होना है शैल हैव बीन। हुण क्योंकि सेंटेंस प्रश्नवाचक है, इंट्रोगेटिव है, तो वी तो बाद आपां शैल हैव बीन सारी हेल्पिंग वर्ब वी तो बाद नहीं लिख सकते, इंट्रोगेटिव है। इस करके हेल्पिंग वर्ब का कुछ ना कुछ पार्ट सब्जेक्ट तो पहला लिखना पएगा। ते वो पार्ट किहड़ा पहला लिखना पैंदा है, आपां नूं हमेशा ही फर्स्ट पार्ट आपां अगे शिफ्ट कर दिंदे आ। शैल हैव बीन दा फर्स्ट पार्ट की है, शैल है, ये सब्जेक्ट है वी, सब्जेक्ट तो पहला फर्स्ट पार्ट इत्थे आपां ने लिख दिता शैल वी, फिर सैकेंड पार्ट ते थर्ड पार्ट जो भी बच गए थे। जे इसके दो ही पार्ट होंगे तो दूसरा पार्ट आ जाता, उस तो बाद मेन वर्ब आ जाती। पर क्योंकि हम इसके 3 पार्ट ने, दूजा भी इत्थे लिखांगे, मैं तीजा लिखदा, उस तो बाद फिर मेन वर्ब का नंबर आ जाऊगा, ठीक है। शैल वी हैव बीन चैंटिंग, चैंटिंग का मतलब गाना ही होंदा है, सिंगिंग भी होंदा है गाना, ठीक है। चैंटिंग वैसे बार बार कोई आपां एक चीज़ नूं रिपीट कर रहे हैं, बोल रहे हैं बार बार, दैट इज कॉल्ड चैंटिंग, ठीक है। हिम्स, ਇਹਦੇ ਵਿੱਚ ਐਨ ਸਾਇਲੈਂਟ ਦਾ ਹਿਮਸ ਹੁੰਦੇ ਆ ਬੇਟਾ ਭਜਨ, ਠੀਕ ਹੈ। ਜੋ ਧਾਰਮਿਕ ਗੀਤ ਹੁੰਦੇ ਨੇ, ਭਜਨ ਆਪਾਂ ਉਹਨੂੰ ਕਹਿ ਦਿੰਦੇ ਆ ਇਨ ਇੰਗਲਿਸ਼, ਇਸ ਨੂੰ ਆਪਾਂ ਕਹਿੰਦੇ ਆ ਜੀ ਹਿਮਸ, ਠੀਕ ਹੈ। ਸਿੰਗੂਲਰ ਜੋ ਹੈ ਜੇਕਰ ਇੱਥੇ ਐਸ ਕੱਟਦਾ ਹੈ ਸਿੰਗੂਲਰ ਹੈ ਹਿਮ, ਠੀਕ ਹੈ, ਪਲੂਰਲ ਹੈ ਹਿਮਸ, ਓਕੇ। ਐਨ ਸਾਇਲੈਂਟ ਕਰਕੇ ਇਸ ਦੇ ਵਿੱਚ ਰੱਖਣਾ ਹੁੰਦਾ ਤੇ ਆਪਾਂ ਨੂੰ ਬੋਲਦੇ ਨੂੰ ਹਿਮਸ, ਓਕੇ। 2 ਘੰਟਿਆਂ ਤੋਂ 4 2 hours, ठीक है। इसमें आज जी बोलते हैं बहुत सारे लोग, आज या आवर्स, ओके। 2 घंटे तो इस करके की लग गया जी 4 लग गए थे। इंट्रोगेटिव सेंटेंस हम स्ट्रक्चर देख लो, इसका की बन गया भी पहला आपने लिखना हेल्पिंग वर्ब दा फर्स्ट पार्ट, ठीक है। उस तो बाद सब्जेक्ट, फिर मेन हेल्पिंग वर्ब दा दूजा पार्ट, तीजा पार्ट, ठीक है। उस तो बाद आईएनजी फॉर्म हो गई ते ऑब्जेक्ट हो गया, फिर सिंस फॉर विचों एक वर्ड इत्थे लिख लिया आपां ने। उस तो बाद जो समा है 2 घंटे या 2 hours इत्थे लिख दिता, लास्ट में क्वेश्चन मार्क लग गया, ओके। अगला है नेगेटिव प्लस इंट्रोगेटिव, किवें बनेगा कि डाकिया आधे घंटे तो चिट्ठियां नहीं छांट रहा होगा, आधे घंटे तो रहा होगा, फ्यूचर परफेक्ट कंटीन्यूअस टेंस हो गया। फ्यूचर कंटीन्यूअस नहीं है, केड़ा नहीं है, फ्यूचर कंटीन्यूअस नहीं है। कई बार आप जल्दबाजी में पढ़ के अपने रहा होगा आ गया, शैल भी विल भी आईएनजी फॉर्म लगा देते हैं जल्दबाजी के विच, जल्दबाजी नहीं करनी बेटा, ठीक है। हुण देखो ये सेंटेंस इंट्रोगेटिव भी है, की आ गया शुरू क्वेश्चन मार्क लगे हुआ, देखो इंट्रोगेटिव है ते नाल इस दे विच नहीं आ गया, इसका मतलब है नेगेटिव भी है। सर ये नेगेटिव प्लस इंट्रोगेटिव सेंटेंस हो गया, ठीक है। देखो सब्जेक्ट की है डाकिया द पोस्टमैन, ठीक है। इंट्रोगेटिव है इस करके हेल्पिंग वर्ब का फर्स्ट पार्ट सब्जेक्ट को पहला लिखना पड़ता है, विल पहला लिख लिया आपने, क्योंकि द पोस्टमैन नाल जो है विल हैव बीन हेल्पिंग वर्ब लगेगी, शैल हैव बीन नहीं लगेगी, शैल हैव बीन लगदी है आई एंड वी नाल, ठीक है। ये मैं बार-बार रिपीट कर रहा ताकि इक्को वीडियो दे विच तुहाडे दिमाग 'च पक्के मतलब रट्टा लग जाए दिमाग दे विच, हाँ भी ये एवें यूज करने हैं, ठीक है। हेल्पिंग वर्ब दा फर्स्ट पार्ट विल है, इत्थे विल नूं पहला लिख लिया, फिर सब्जेक्ट आ गया। उस तो बाद इत्थे नोट लगाना है, जे सेंटेंस नेगेटिव भी है इंट्रोगेटिव भी है तो फिर की करना है बेटा, ये सारे टेंसेस वास्ते है गल, है सिर्फ इत्थे वास्ते नहीं है, हरेक टेंस वास्ते है। किसी भी टेंस का वाक होवे नेगेटिव प्लस इंट्रोगेटिव होवे तां किवें आपां उस नूं बनाउंदे आ, ट्रांसलेशन किवें करदे आ, पहला हेल्पिंग वर्ब लिखदे आ पहला पार्ट, ठीक है। उस तो बाद सब्जेक्ट लिखदे आ, उस तो बाद इत्थे नोट लिखदे आ, फिर आपां उस तो बाद जो हेल्पिंग वर्ब बच गई दूजा तीजा पार्ट है, उस नूं नोट तो बाद लिखना हुंदा है। जेकर हेल्पिंग वर्ब का इक्को ही पार्ट है तो फिर की है वो इत्थे आ चुका है, फिर सब्जेक्ट आ गया, उस तो बाद नोट लिखो। हेल्पिंग वर्ब का ये पार्ट मान लो हुंदा ही ना तो इत्थे नहीं लिखदे, आपां इसनूं छड्ड दिंदे फिर, ठीक है। इसनूं आपां स्किप कर दिंदे, इत्थों इत्थों लिखण दी लोड़ नहीं सी, उस तो बाद मेन वर्ब आ जांदी सीधी। पर क्योंकि हुण हेल्पिंग वर्ब दे 3 पार्ट्स ने, पहला तो अगे आ गया, फिर सब्जेक्ट आ गया, उस तो बाद नोट इत्थे ही लगना है,
ਜੇ ਨੈਗੇਟਿਵ ਪਲੱਸ ਇੰਟਰੋਗੇਟਿਵ ਸੈਂਟੈਂਸ ਹੈ ਤਾਂ ਨੋਟ ਸਬਜੈਕਟ ਦੇ ਨਾਲ ਹੀ ਆਪਾਂ ਨੇ ਇੱਥੇ ਲਿਖਣਾ ਹੈ, ਠੀਕ ਹੈ। ਵਿਲ ਦਾ ਪੋਸਟਮੈਨ ਨੋਟ, ਉਸ ਪਰ ਹੈਲਪਿੰਗ ਵਰਬ ਦਾ ਦੂਸਰਾ ਤੇ ਤੀਸਰਾ ਪਾਰਟ ਇਹ ਆ ਗਏ। ਉਸ ਤੋਂ ਬਾਅਦ ਆਈਐਨਜੀ ਫॉर्म ਆ ਗਈ ਸੌਰਟਿੰਗ, ਸੌਰਟਿੰਗ ਹੁੰਦਾ ਛਾਂਟਣਾ, ਠੀਕ ਹੈ। ਕੀ ਛਾਂਟਣਾ ਹੋਵੇਗਾ? ਦ ਲੈਟਰਸ, ਕਦੋਂ ਤੋਂ? ਫॉर टू ਅੱਧੇ ਘੰਟੇ ਤੋਂ ਹੈ, ਅੱਧੇ ਘੰਟੇ ਤੋਂ, ਸੌਰੀ 2 ਆਵਰਸ ਨਹੀਂ ਹੈ, ਇਹ ਹੈਗਾ ਜੀ ਅੱਧੇ ਘੰਟੇ ਤੋਂ। ਅੱਧੇ ਘੰਟੇ ਨੂੰ ਆਪਾਂ ਕੀ ਲਿਖਾਂਗੇ ਜੀ? ਅੱਧੇ ਘੰਟੇ ਨੂੰ ਲਿਖਾਂਗੇ ਫॉर ਹਾਫ ਐਨ ਆवर, ਠੀਕ ਹੈ ਜੀ। ਇੰਟਰੋਗੇਟਿਵ सेंटेंस, ठीक है जी। फॉर हाफ एन आवर, हाफ एन आवर, एन आवर 1 घंटा, एक दा अध हाफ एन आवर अद्धा घंटा, ठीक है। सो ये बन गया अपना नेगेटिव प्लस इंट्रोगेटिव का स्ट्रक्चर जी, ठीक है। हेल्पिंग वर्ब का पहला पार्ट सब्जेक्ट, फिर नोट, उस तो बाद हेल्पिंग वर्ब का सैकेंड ते थर्ड पार्ट, फिर मेन वर्ब आईएनजी फॉर्म है, फिर ऑब्जेक्ट हो गया। उस तो बाद सिंस फॉर विचों एक वर्ड अपन ने लिख लिया थे ते टाइम आ गया लास्ट क्वेश्चन मार्क लगूगा जी, ठीक है। ਹੁਣ ਇਹ ਲਾਸਟ ਸੈਂਟੈਂਸ ਹੈ ਜੀ ਆਪਣੇ ਵੀਡੀਓ ਦਾ। ਬਾਕੀ ਇਹ ਸੈਂਟੈਂਸ ਹੈ, ਇਸ ਦੀ ਟ੍ਰਾਂਸਲੇਸ਼ਨ ਤੁਸੀਂ ਕਰਕੇ ਕਮੈਂਟ ਬਾਕਸ ਦੇ ਵਿੱਚ ਭੇਜਣਾ, ਕੋਸ਼ਿਸ਼ ਕਰਨਾ ਸਹੀ ਤੁਸੀਂ ਕਰ ਪਾਓਗੇ। ਇਹ ਵੀਡੀਓ ਪੂਰੀ ਦੇਖੀਏ ਧਿਆਨ ਨਾਲ ਤਾਂ ਤੁਸੀਂ ਕਰ ਸਕਦੇ ਹੋ, ਇਸ ਨੂੰ ਹੋ ਜਾਏਗਾ, ਕੋਈ ਦਿੱਕਤ ਨਹੀਂ। ਇਹ ਲਾਸਟ ਸੈਂਟੈਂਸ ਹੈ, ਉਹ ਸ਼ਾਮ ਤੋਂ ਅਫਸਰ ਦੀ ਖੁਸ਼ਾਮਦ ਕਿਉਂ ਕਰ ਰਿਹਾ ਹੋਵੇਗਾ? ਕਿਉਂ ਕਰ ਰਿਹਾ ਹੋਵੇਗਾ? ਇਹ WH ਫੈਮਿਲੀ ਦਾ ਵਰਡ ਆ ਗਿਆ ਜੀ, ਕਿਉਂ। ਸੋ ਇਸ ਤਰ੍ਹਾਂ ਦਾ ਜਦੋਂ ਵਰਡ ਆ ਜਾਵੇ, ਕਿਉਂ, ਕਦੋਂ, ਕਿਵੇਂ, ਕਿੱਥੇ, ਕਿਸ ਨੂੰ, ਕੌਣ, ਠੀਕ ਹੈ, ਇਹਨਾਂ ਨੂੰ ਆਪਾਂ ਕਹਿੰਦੇ WH ਫੈਮਿਲੀ ਦੇ ਵਰਡਸ। ਇਸ ਤਰ੍ਹਾਂ ਦੇ ਵਰਡ ਦੀ ਟ੍ਰਾਂਸਲੇਸ਼ਨ ਕਿਵੇਂ ਹੋਊਗੀ? ਇਹ ਜੋ ਵਰਡ ਇੱਥੇ ਆ ਗਿਆ WH ਫੈਮਿਲੀ ਵਾਲਾ, ਇਸ ਦੀ ਇੰਗਲਿਸ਼ ਜੋ ਹੈ ਕਿਉਂ ਹੈ ਨਾ, ਵਾਈ, ਇਸ ਨੂੰ ਆਪਾਂ ਸਭ ਤੋਂ ਪਹਿਲਾਂ ਲਿਖ ਦਾਂਗੇ। ਬਾਕੀ ਸਟਰਕਚਰ ਇਹੀ ਰਹੇਗਾ ਜੋ ਇੰਟਰੋਗੇਟਿਵ ਸੈਂਟੈਂਸ ਦਾ ਹੈ। ਦੇਖੋ ਉਹ ਇਹ ਆ ਗਿਆ, ਉਹ ਹੀ ਤੋਂ ਪਹਿਲਾਂ ਵਿਲ ਲਿਖਤਾ, ਉਸ ਤੋਂ ਬਾਅਦ ਹੈਲਪਿੰਗ ਵਰਬ ਦਾ ਦੂਜਾ ਤੇ ਤੀਜਾ ਪਾਰਟ। ਇਹ ਸਬਜੈਕਟ ਹੈ, ਸਬਜੈਕਟ ਤੋਂ ਪਹਿਲਾਂ ਪਹਿਲਾ ਪਾਰਟ, ਸਬਜੈਕਟ ਤੋਂ ਬਾਅਦ ਦੂਜਾ ਤੇ ਤੀਜਾ ਪਾਰਟ ਆ ਗਿਆ, ਠੀਕ ਹੈ। ਤੇ ਇਸ ਤੋਂ ਹੀ ਪਹਿਲਾਂ WH ਫੈਮਿਲੀ ਦਾ ਵਰਡ ਲਿਖਣਾ ਪਏਗਾ ਫਿਰ, ਠੀਕ ਹੈ। ਤੇ ਉਸ ਤੋਂ ਬਾਅਦ ਦੇਖੋ ਤੀਜਾ ਪਾਰਟ ਹੈ ਤੇ ਫਿਰ ਮੇਨ ਵਰਬ ਆਪਾਂ ਲਿਖਦੇ ਆ, ਆਬਜੈਕਟ ਆ ਗਿਆ। ਉਸ ਤੋਂ ਬਾਅਦ ਸਿੰਸ ਫॉर ਵਿੱਚੋਂ ਸਿੰਸ ਲੈ ਲਿਆ ਜੀ, ਸ਼ਾਮ ਤੋਂ ਹੈ ਈਵਨਿੰਗ, ਪੱਕਾ ਸਮਾਂ ਹੁੰਦਾ ਇਹ, ਠੀਕ ਹੈ। ਸਿੰਸ ਲਈ ਇਹ ਈਵਨਿੰਗ ਨਾਲ ਆਪਾਂ ਸਿੰਸ ਲਿਖਦੇ ਆ, ਮਾਰਨਿੰਗ ਨਾਲ ਵੀ ਸਿੰਸ ਲਿਖਦੇ ਆ, ਠੀਕ ਹੈ। ਇਹ ਜੋ ਇੱਕ ਡੇ ਦੇ ਪਾर्ट ने, ठीक है ना, मॉर्निंग है, नून है, आफ्टरनून है, इवनिंग है, नाइट है, मिडनाइट है, फिर मॉर्निंग है, ये सारे नाल ही जो है सिंस लगता है, ठीक है। ये ध्यान रखना। तो ये भी है भी अज नाल भी टुडे, अज, कल, टुमारो, बीता हुआ कल, यस्टरडे, ठीक है। इन्हां नाल भी जो सिंस लगता है। जे परसों है, डे आफ्टर टुमारो, आने वाला परसों, उस नाल भी सिंस लगेगा, डे आफ्टर टुमारो नाल भी सिंस लगता है, ठीक है। डे बिफोर यस्टरडे, यस्टरडे तो पहला वाला दिन, ठीक है, कल यानी कि परसों, डे बिफोर यस्टरडे ता भी सिंस लगना सीगा, ठीक है। आ देखो वाई लगे WH फैमिली दा वर्ड, सब्जेक्ट तो पहला एक पार्ट आ गया हेल्पिंग वर्ब दा, बाकी पार्ट बाद च आ गए। उस तो बाद आईएनजी फॉर्म लग गई, उस तो बाद ऑब्जेक्ट आ गया दी ऑफिसर, फिर सिंस फॉर विचों सिंस ले लिया क्योंकि इवनिंग है, पक्का समय है, सर्टेन टाइम है, ठीक है। इस सेंटेंस में लास्ट क्वेश्चन मार्क लगा दो जी। Why will he have been flattering the officer since evening? Clear? उम्मीद कर रहा है वीडियो ਵਧੀਆ ਲੱਗੀ ਹੋਊਗੀ, ਤੁਹਾਨੂੰ ਪਸੰਦ ਆਈ ਹੋਊਗੀ ਤੇ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਬਿਲਕੁਲ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ, ਠੀਕ ਹੈ ਜੀ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਜੋ ਸਾਥੀ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਹ ਜੋ ਹੈ ਸੈਂਟੈਂਸ ਤੁਹਾਡੇ ਲਈ ਹੈ, ਨੌਕਰ ਪਿਛਲੇ 2 ਮਹੀਨਿਆਂ ਤੋਂ ਤੁਹਾਨੂੰ ਧੋਖਾ ਦੇ ਰਿਹਾ ਹੋਵੇਗਾ। ਇਸ ਦੀ ਇੰਗਲਿਸ਼ ਜੋ ਹੈ ਟ੍ਰਾਂਸਲੇਸ਼ਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਣ ਦੀ ਕੋਸ਼ਿਸ਼ ਕਰਨਾ। ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਹਰੇਕ ਬੱਚੇ ਦਾ ਜੋ ਕਮੈਂਟ ਹੈ ਉਹਨੂੰ ਪੜ੍ਹਿਆ ਜਾਵੇ ਤੇ ਜੇਕਰ ਉਸ ਦੀ ਕੋਈ ਕੁਐਰੀ ਹੈ ਬੱਚੇ ਦੀ, ਉਸ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਸੋ ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ। ਹੁਣ ਮੈਨੂੰ ਤੁਸੀਂ ਦਿਓ ਇਜਾਜ਼ਤ, ਠੀਕ ਹੈ ਜੀ। ਤਦ ਤੱਕ ਲਈ ਥੈਂਕ ਯੂ ਵੈਰੀ ਮਚ, ਬਾਏ ਬਾਏ, ਸ਼ਬਾ ਖੈਰ।